हाँ जी, सत श्री अकाल साਰਿਆਂ ਨੂੰ। ਅੱਜ ਜੋ ਅਸੀਂ ਟੌਪਿਕ ਕਵਰ ਕਰਾਂਗੇ ਜੀ, ਮੋਡਮ ਕਵਰ ਕਰਾਂਗੇ ਐਂਡ ਟਾਈਪਸ ਆਫ ਮੋਡਮ ਕਵਰ ਕਰਾਂਗੇ ਜੀ। ਇਸ ਤੋਂ ਪਹਿਲਾਂ ਆਪਾਂ 2 ਲੈਕਚਰ ਅਪਲੋਡ ਕੀਤੇ ਨੇ, ਇੰਟਰਨੈਟ ਐਂਡ ਵੈਬ ਟੈਕਨੋਲੋਜੀ ਦੇ, ਇੰਟਰਨੈਟ ਐਂਡ ਐਪਲੀਕੇਸ਼ਨਸ, ਅਤੇ ਦੂਸਰਾ ਲੈਕਚਰ ਤੁਹਾਡਾ ਕਨਸੈਪਟ ਆਫ ਵਰਲਡ ਵਾਈਡ ਵੈਬ ਦਾ। ਤੀਸਰੇ ਲੈਕਚਰ ਦੇ ਵਿੱਚ ਆਪਾਂ ਮੋਡਮ ਐਂਡ ਟਾਈਪਸ ਆਫ ਮੋਡਮ ਆਪਾਂ ਸਟੱਡੀ ਕਰਾਂਗੇ ਜੀ। ਤੁਸੀਂ ਆਪਣੀ ਸਕਰੀਨ 'ਤੇ ਦੇਖੋ, ਤੁਹਾਨੂੰ ਇੱਕ ਟੈਲੀਫੋਨ ਲਾਈਨ ਨਜ਼ਰ ਆ ਰਹੀ ਹੈ, 2 ਟਾਵਰ ਲੱਗੇ ਹੋਏ ਨੇ। ਸੱਜੇ ਹੱਥ ਰਾਈਟ ਹੈਂਡ ਸਾਈਡ 'ਤੇ ਤੁਸੀਂ ਦੇਖੋ ਤੇ 3 ਟੈਲੀਫੋਨ ਐਕਸਚੇਂਜ ਨਜ਼ਰ ਆ ਰਹੀਆਂ ਨੇ, ਠੀਕ ਹੈ ਜੀ। ਇਸ ਤੋਂ ਸਾਨੂੰ ਸਪਸ਼ਟ ਹੋ ਰਿਹਾ ਕਿ ਜੋ ਅਸੀਂ ਇੰਟਰਨੈਟ ਦੀ ਯੂਜ਼ ਕਰ ਰਹੇ ਹਾਂ, ਉਹ ਵਿਦ ਦੀ ਹੈਲਪ ਆਫ ਟੈਲੀਫੋਨ ਲਾਈਨ ਹੀ ਆਪਾਂ ਇੰਟਰਨੈਟ ਐਕਸੈਸ ਕਰ ਦਿੰਦੇ ਹਾਂ, ਠੀਕ ਹੈ ਜੀ। ਖੱਬੇ ਹੱਥ ਤੁਸੀਂ ਦੇਖੋ, ਆਪਣੇ ਕੋਲ 2 ਕੰਪਿਊਟਰ ਸਿਸਟਮ ਲੱਗੇ ਹੋਏ ਨੇ, ਨਾਲ 2 ਮੋਡਮ ਲੱਗੇ ਹੋਏ ਨੇ। ਹੁਣ ਰਾਜੇ, ਜਦੋਂ ਆਪਾਂ ਟੈਲੀਫੋਨ ਲਾਈਨ ਥਰੂ ਆਪਾਂ ਇੰਟਰਨੈਟ ਐਕਸੈਸ ਕਰਾਂਗੇ ਅਤੇ ਹੋਊਗਾ ਕਿ ਟੈਲੀਫੋਨ ਲਾਈਨਸ ਜਿਹੜੀਆਂ ਨੇ, ਉਹ ਜਿੱਦਾਂ ਕੋਐਕਸਲ ਕੇਬਲ ਨੇ, ਇਹਨਾਂ ਵਿੱਚ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਟੈਲੀਫੋਨ ਲਾਈਨ ਦੇ ਵਿੱਚ ਜਿਹੜੀਆਂ ਕੇਬਲਸ ਨੇ, ਇਹਨਾਂ ਵਿੱਚ ਡਾਟਾ ਫਲੋ ਕਰਦਾ ਵਾ ਇਨ ਦੀ ਫੋਰਮ ਆਫ ਐਨਾਲੋਗ ਸਿਗਨਲ, ਹੈ ਨਾ ਜੀ। ਐਨਾਲੋਗ ਸਿਗਨਲ ਦੇ ਵਿੱਚ ਡਾਟਾ ਫਲੋ ਕਰਦਾ ਹੈ। ਪਰੰਤੂ ਤੁਹਾਨੂੰ ਇੰਨਾ ਪਤਾ ਹੈ ਕਿ ਸਾਡਾ ਜਿਹੜਾ ਕੰਪਿਊਟਰ ਸਿਸਟਮ ਆ, ਤੁਸੀਂ ਪਹਿਲੇ ਸਮੈਸਟਰ ਦੇ ਵਿੱਚ ਪੜ੍ਹਿਆ ਹੋਊਗਾ, ਤੁਹਾਡੇ ਪਹਿਲੇ ਸੈਮ ਦੇ ਵਿੱਚ ਤੁਹਾਨੂੰ ਸਬਜੈਕਟ ਲੱਗਾ CFIT, ਤੁਹਾਨੂੰ ਸਮਝਾਇਆ ਗਿਆ ਹੈ ਕਿ ਤੁਹਾਡਾ ਜਿਹੜਾ ਕੰਪਿਊਟਰ ਸਿਸਟਮ ਆ, ਉਹ ਵਰਕ ਕਰਦਾ ਹੈ ਡਿਜੀਟਲ ਡਾਟੇ 'ਤੇ 0 ਜਾਂ 1 ਦੀ ਫੋਰਮ ਦੇ ਡਾਟਾ, ਬਾਈਨਰੀ ਡਾਟਾ ਪ੍ਰੋਸੈਸ ਕਰਦਾ ਹੈ, ਠੀਕ ਹੈ ਜੀ। ਪਰ 0 ਜਾਂ ਡਿਜੀਟਲ ਡਾਟਾ ਜਿਹੜਾ ਉਹ ਟੈਲੀਫੋਨ ਨੈਟਵਰਕ ਟਰਾਂਸਮਿਟ ਨਹੀਂ ਕਰ ਸਕਦਾ, ਠੀਕ ਹੈ ਜੀ। ਹੁਣ ਇਸ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ, ਇੰਟਰਨੈਟ 'ਤੇ ਡਾਟਾ ਸੈਂਡ ਜਾਂ ਰਿਸੀਵ ਕਰਨ ਵਾਸਤੇ ਆਪਾਂ ਨੂੰ ਇੱਕ ਇਲੈਕਟ੍ਰੋਨਿਕਸ ਡਿਵਾਈਸ ਦੀ ਲੋੜ ਪਈ, ਜਿਸ ਨੂੰ ਆਪਾਂ ਕੀ ਕਹਿੰਦੇ ਆ, ਮੋਡਮ। ਮੋਡਮ ਜਦੋਂ ਸੈਂਟਰ ਸਾਈਡ 'ਤੇ ਜਿਹੜਾ ਮੋਡਮ ਹੈ, ਆਪਾਂ ਇੱਥੇ 2 ਕੰਪਿਊਟਰ ਮੰਨੇ ਨੇ, ਇੱਕ ਸੈਂਟਰ ਮੰਨਿਆ, ਇੱਕ ਰਿਸੀਵਰ ਮੰਨਿਆ ਹੈ। ਹੁਣ ਜਿਹੜਾ ਤੁਸੀਂ ਦੇਖੋ ਮੋਡਮ, ਆਪਾਂ ਜਦੋਂ ਆਪਾਂ ਸੈਂਟਰ ਸਾਈਡ 'ਤੇ ਲਾਵਾਂਗੇ ਤਾਂ ਇਹਨੇ ਕੰਮ ਕਰਨਾ ਹੈ ਐਜ਼ ਏ ਮੋਡੂਲੇਟਰ ਨਹੀਂ ਕਰਨਾ, ਮੋਡੂਲੇਸ਼ਨ ਕਰਨੀ ਹੈ। ਮੋਡੂਲੇਸ਼ਨ 'ਚ ਕੀ ਹੈ ਕਿ ਜੋ ਤੁਹਾਡਾ ਡਿਜੀਟਲ ਡਾਟਾ ਹੈ, ਡਿਜੀਟਲ ਸਿਗਨਲ ਆ, ਉਹਨੂੰ ਕਨਵਰਟ ਕਰ ਦੇਣਾ ਹੈ ਐਨਾਲੋਗ ਸਿਗਨਲ ਦੇ ਵਿੱਚ। ਜਦੋਂ ਤੁਹਾਡਾ ਡਿਜੀਟਲ ਡਾਟਾ ਜਿਹੜਾ ਹੈ ਉਹ ਕਨਵਰਟ ਹੋ ਗਿਆ ਐਨਾਲੋਗ ਸਿਗਨਲ ਦੇ ਵਿੱਚ, ਅਤੇ ਉਹ ਟਰਾਂਸਮਿਟ ਹੋ ਜਾਊਗਾ ਟੈਲੀਫੋਨ ਲਾਈਨ ਦੇ ਉੱਪਰ। ਅਤੇ ਜਦੋਂ ਉਹ ਡਾਟਾ ਰਿਸੀਵਰ ਸਾਈਡ 'ਤੇ ਪਹੁੰਚੇਗਾ, ਅਤੇ ਮੋਡਮ ਕੀ ਕਰੂਗਾ, ਉਹ ਜਿਹੜਾ ਐਨਾਲੋਗ ਸਿਗਨਲ ਹੀ ਉਹਨੂੰ ਬੈਕ ਕਨਵਰਟ ਕਰ ਦੂਗਾ ਡਿਜੀਟਲ ਫੋਰਮ ਦੇ ਵਿੱਚ, ਤਾਂ ਜੋ ਸਾਡਾ ਕੰਪਿਊਟਰ ਜਿਹੜਾ ਉਹਨੂੰ ਪ੍ਰੋਸੈਸ ਕਰ ਸਕੇ। ਕਿਉਂਕਿ ਕੰਪਿਊਟਰ ਸਿਸਟਮ 'ਤੇ ਡਿਜੀਟਲ ਡਾਟਾ ਪ੍ਰੋਸੈਸ ਕਰਨਾ ਨਾ, ਬਾਈਨਰੀ ਡਾਟਾ ਪ੍ਰੋਸੈਸ ਕਰਨਾ ਵਾ, ਠੀਕ ਹੈ ਜੀ। ਅਤੇ ਜੇਕਰ ਸਾਡੇ ਕੋਲ ਮੋਡਮ ਨਾ ਹੋਣ, ਅਤੇ ਜਿਹੜੀ ਇਹ ਡਾਟੇ ਦੀ ਡਿਜੀਟਲ ਟੂ ਐਨਾਲੋਗ ਜਾਂ ਐਨਾਲੋਗ ਟੂ ਡਿਜੀਟਲ ਸਿਗਨਲ ਕਨਵਰਟ ਨਾ ਹੋ ਪਾਵੇ, ਠੀਕ ਹੈ ਜੀ। ਸੌਰੀ ਫੋਰ ਇੰਟਰਪਸ਼ਨ। ਇਹ ਜਿਹੜਾ ਡਾਟਾ ਹੈ ਇਹ ਤਾਂ ਫਿਰ ਕਨਵਰਟ ਨਾ ਹੋ ਪਾਏ, ਅਤੇ ਸਾਡੀ ਟਰਾਂਸਮਿਸ਼ਨ ਨਾ ਹੋ ਪਾਵੇ, ਹੈ ਨਾ। ਅਤੇ ਆਪਾਂ ਜਿਹੜਾ ਟੈਲੀਫੋਨ ਨੈਟਵਰਕ ਨੂੰ ਯੂਜ਼ ਨਾ ਕਰ ਪਾਈਏ ਇੰਟਰਨੈਟ ਐਕਸੈਸ ਕਰਨ ਦੇ ਵਿੱਚ। ਇਸ ਕਰਕੇ ਮੋਡਮ ਬਹੁਤ ਜ਼ਰੂਰੀ ਹੈ। ਕਿਉਂ ਮੋਡਮ ਦੀ ਲੋੜ ਪਈ? ਅੱਜ ਕੱਲ੍ਹ ਤਾਂ ਜਿਹੜੇ ਕੀ ਹੈ, ਪਹਿਲਾਂ ਤਾਂ ਮੋਡਮ ਸਪੈਸ਼ਲ ਵੱਖਰੇ ਬਣ ਕੇ ਆਉਂਦੇ ਸੀ, ਅੱਜ ਕੱਲ੍ਹ ਤਾਂ ਰਾਊਟਰ ਅਤੇ ਮੋਡਮ ਇਕੱਠੇ ਬਣ ਕੇ ਆ ਰਹੇ ਨੇ ਨਾ। ਰਾਊਟਰ ਹੀ ਐਜ਼ ਏ ਮੋਡਮ ਤੁਹਾਡਾ ਵਰਕ ਕਰ ਜਾਂਦਾ ਹੈ। ਚਲੋ ਆਪਾਂ ਮੋਡਮ ਬਾਰੇ ਪੜ੍ਹਨਾ ਅੱਜ। ਤੁਹਾਨੂੰ ਬੇਸਿਕ ਜੀ ਮੈਂ ਜਾਣਕਾਰੀ ਦਿੱਤੀ ਹੈ, ਮੈਂ ਡਾਇਗ੍ਰਾਮ ਥਰੂ। ਤੁਹਾਨੂੰ ਤੁਸੀਂ ਥੋੜ੍ਹਾ ਜਿਹਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਪਿਕਚਰ ਬਣ ਗਈ ਆ ਵੀ ਚੱਲਣ ਕੀ ਡਿਆ ਹੈ। ਮੋਡਮ ਜਦੋਂ ਸੈਂਟਰ ਸਾਈਡ 'ਤੇ ਆ, ਉਦੋਂ ਇਸਨੇ ਕੀ ਕਰਨਾ ਹੈ ਕਿ ਤੁਹਾਡਾ ਜਿਹੜਾ ਡਿਜੀਟਲ ਡਾਟਾ ਹੈ, ਜੋ ਕੰਪਿਊਟਰ ਤੋਂ ਡਾਟਾ ਜਿਹੜਾ ਤੁਸੀਂ ਸੈਂਡ ਕਰਨਾ ਹੈ, ਡਿਜੀਟਲ ਡਾਟਾ, ਉਹਨੂੰ ਐਨਾਲੋਗ 'ਚ ਕਨਵਰਟ ਕਰਕੇ ਟਰਾਂਸਮਿਟ ਕਰ ਦੇਣਾ ਹੈ ਓਵਰ ਦੀ ਟੈਲੀਫੋਨ ਲਾਈਨ। ਜੋ ਟਰਾਂਸਮਿਟ ਹੋ ਕੇ ਜਦੋਂ ਰਿਸੀਵਰ ਤੱਕ ਪਹੁੰਚਣਾ ਹੈ, ਅਤੇ ਉੱਧਰਲੀ ਸਾਈਡ 'ਤੇ ਜਿਹੜਾ ਮੋਡਮ ਲੱਗਾ ਹੈ, ਉਹਨੇ ਐਨਾਲੋਗ ਸਿਗਨਲ ਨੂੰ ਕਨਵਰਟ ਕਰ ਦੇਣਾ ਹੈ ਡਿਜੀਟਲ ਫੋਰਮ ਦੇ ਵਿੱਚ, ਤਾਂ ਜੋ ਡਾਟਾ ਪ੍ਰੋਸੈਸ ਹੋ ਜਾਏ, ਡਾਟਾ ਜਿਹੜਾ ਹੈ ਉਹ ਰਿਸੀਵ ਹੋ ਜਾਏ ਦੂਜੇ ਸਿਸਟਮ ਦੇ ਉੱਪਰ, ਠੀਕ ਹੈ ਜੀ। ਨੈਕਸਟ ਸਲਾਈਡ ਵੀ ਉਹੀ ਹੈ ਜੀ। ਤੁਸੀਂ ਵੇਖ ਪਾ ਰਹੇ ਹੋ ਵੀ ਆਹ ਡਿਜੀਟਲ ਡਾਟਾ 0101 ਜੀ ਬਾਈਨਰੀ ਡਾਟਾ, ਇਹ ਕਨਵਰਟ ਕੀਤਾ ਆਪਾਂ ਐਨਾਲੋਗ ਸਿਗਨਲ ਦੇ ਸਾਈਨ ਵੇਵ ਦੇ ਵਿੱਚ ਡਾਟਾ ਬਣਿਆ ਪਿਆ ਜੀ। ਦੇਖੋ ਉਹ ਗਾਂ ਟੈਲੀਫੋਨ ਨੈਟਵਰਕ 'ਤੇ ਆਪਾਂ ਟਰਾਂਸਮਿਟ ਕੀਤਾ ਹੈ, ਠੀਕ ਹੈ ਜੀ। ਦੂਜੀ ਸਾਈਡ 'ਤੇ ਜਦੋਂ ਰਿਸੀਵਰ ਸਾਈਡ 'ਤੇ ਇਹੋ ਹੀ ਉਲਟ ਹੋਣਾ ਹੈ, ਜਿਹੜਾ ਐਨਾਲੋਗ ਸਿਗਨਲ ਹੈ ਉਹਨੂੰ ਡਿਜੀਟਲ 'ਚ ਕਨਵਰਟ ਕਰ ਦੇਣਾ, ਠੀਕ ਹੈ, ਜਿਹਨੂੰ ਆਪਾਂ ਡੀਮੋਡੂਲੇਸ਼ਨ ਕਹਿੰਦੇ ਹਾਂ। ਨੈਕਸਟ ਸਲਾਈਡ ਦੇ ਵਿੱਚ ਆਪਾਂ ਸਾਰੇ ਕਨਸੈਪਟ ਪੜ੍ਹਾਂਗੇ, ਕੱਲੀ ਲਾਈਨ ਪੜ੍ਹਾਂਗੇ ਜੀ। ਸੋ ਮੋਡਮ ਜਿਹੜਾ ਹੈ ਇਹ 2 ਵਰਡ ਤੋਂ ਮਿਲ ਕੇ ਬਣਿਆ ਹੈ ਜੀ, ਮੋਡੂਲੇਟਰ ਅਤੇ ਡੀਮੋਡੂਲੇਟਰ, ਠੀਕ ਹੈ ਜੀ। ਦੂਸਰਾ ਪੁਆਇੰਟ ਪੜ੍ਹੋ, ਇਟ ਇਜ਼ ਐਨ ਇਲੈਕਟ੍ਰੋਨਿਕਸ ਡਿਵਾਈਸ ਹੈ ਜੀ। ਇਟ ਇਜ਼ ਯੂਜ਼ ਟੂ ਐਕਸੈਸ ਦੀ ਇੰਟਰਨੈਟ। ਅਤੇ ਕਿਉਂ ਵਰਤੀ ਜਾਂਦੀ ਹੈ? ਇੰਟਰਨੈਟ ਐਕਸੈਸ ਕਰਨ ਲਈ। ਵੇਖੋ, ਜੇਕਰ ਸਾਡੇ ਕੋਲ ਮੋਡਮ ਨਾ ਆਊਗਾ ਅਤੇ ਆਪਾਂ ਇੰਟਰਨੈਟ ਐਕਸੈਸ ਕਿਵੇਂ ਕਰ ਲਾਂਗੇ? ਜੋ ਤੁਹਾਡਾ ਡਿਜੀਟਲ ਡਾਟਾ ਐਨਾਲੋਗ 'ਚ ਕਨਵਰਟ ਨਾ ਹੋਵੇ, ਐਨਾਲੋਗ ਡਿਜੀਟਲ 'ਚ ਕਨਵਰਟ ਨਾ ਹੋਵੇ, ਤਾਂ ਇੰਟਰਨੈਟ ਐਕਸੈਸ ਹੋਣਾ ਹੀ ਨਹੀਂ, ਹੈ ਨਾ। ਦੋਨਾਂ ਵਿੱਚ ਮੈਪਿੰਗ, ਜਿੱਦਾਂ ਮਤਲਬ ਕਿ ਡਿਜੀਟਲ ਟੂ ਐਨਾਲੋਗ ਡਿਜੀਟਲ ਕਨਵਰਜਨ ਨਾ ਹੋਏ ਜਿਸ ਡਾਟੇ ਦੀ, ਟਰਾਂਸਮਿਸ਼ਨ ਤਾਂ ਹੋਣੀ ਨਹੀਂ, ਆਪਾਂ ਇੰਟਰਨੈਟ ਦਾ ਯੂਜ਼ ਨਹੀਂ ਕਰ ਸਕਦੇ।
इस करके जो साडा सैकेंड पॉइंट है उसमें लिखा है इट इज़ एन इलैक्ट्रॉनिक डिवाइस डैट इज़ यूज टू एक्सैस द इंटरनेट। ठीक है जी। तीसरा पॉइंट की है इट अलाओ ए कंप्यूटर कंप्यूटर ਨੂੰ ਆਪਾਂ ਇੱਥੇ ਕੰਪਿਊਟਰ ਲਿਖ ਲਓ ਜਾਂ ਤੁਸੀਂ ਇੱਥੇ DTE ਲਿਖ ਲਓ, ਡਿਜੀਟਲ ਟਰਮੀਨਲ ਇਕਵਿਪਮੈਂਟ। ਠੀਕ ਹੈ ਜੀ। ਤੁਸੀਂ DTE ਲਿਖ ਲਓ, ਕੰਪਿਊਟਰ ਲਿਖ ਲਓ, ਕੋਈ ਚੱਕਰ ਨਹੀਂ, ਤੁਸੀਂ ਦੋਨੋਂ ਸਿਸਟਮ ਲਿਖ ਲਓ ਚਾਹੇ ਇੱਥੇ। ਇਟ ਅਲਾਓ ਇਹ ਸਿਸਟਮ ਜਾਂ ਕੰਪਿਊਟਰ ਸਿਸਟਮ ਟੂ ਸੈਂਡ ਔਰ ਰਿਸੀਵ ਦੀ ਡਾਟਾ ਥਰੂ ਦੀ ਟੈਲੀਫੋਨ ਲਾਈਨ। ਠੀਕ ਹੈ, ਆਪਾਂ ਕੁਝ ਨਵਾਂ ਨਹੀਂ ਕੀਤਾ, ਆਪਾਂ ਜਿਹੜੀ ਪੁਰਾਣੀ ਟੈਲੀਫੋਨ ਲਾਈਨ ਹੈ ਉਹ 'ਤੇ ਡਾਟਾ ਟਰਾਂਸਮਿਟ ਕੀਤਾ ਹੈ। ਠੀਕ ਹੈ ਜੀ। इट अलाउ टू सेंड और रिसीव द डाटा ओवर दी टैलीफोन लाइन ਜਾਂ और केबल कनैक्शन। जो साढ़े घरों के केबल के कनैक्शन ने, जो TV केबल वाले ना केबल कनैक्शन जो आता है उन्होंने थ्रू भी आप डाटा ट्रांसमिशन करते हैं। ठीक है जी। डाटा कम्यूनीकेशन मतलब कि आप जो प्रीवियस साਡਾ टैलीफोन नैटवर्क है या केबल नैटवर्क है वो थ्रू ही आप डाटा ट्रांसमिशन करते हैं। एक राज मैं ब्रैकेट के देखा है ना PSTN की फुल फॉर्म हैगी है पब्लिक स्विचड टैलीफोन नैटवर्क, जिन्होंने आप सिंपली टैलीफोन नैटवर्क ही कह लीए। ठीक है। ਤੁਸੀਂ ਆਪਣੀ ਜੋ ਪੇਪਰ 'ਚ ਡੈਫੀਨੇਸ਼ਨ ਲਿਖਣੀ ਆ ਤੁਸੀਂ ਇਹ ਵਰਡ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। DTE ਲਿਖ ਲਓ ਜਾਂ ਸਿਸਟਮ ਲਿਖ ਲਓ, ਇੱਧਰ ਜਿਹੜਾ ਟੈਲੀਫੋਨ ਨੈਟਵਰਕ ਹੈ ਇਹਨੂੰ PSTN ਨੈਟਵਰਕ ਲਿਖ ਲਓ। ਠੀਕ ਹੈ ਜੀ। ਇਹ ਤੁਹਾਡੇ 3 ਪੁਆਇੰਟ ਪਹਿਲੇ ਕਲੀਅਰ ਹੋ ਗਏ ਜੀ। ਉਸ ਤੋਂ ਬਾਅਦ ਤੁਹਾਡਾ ਮੋਡੂਲੇਸ਼ਨ ਕੀ ਹੁੰਦੀ ਆ, ਡਿਜੀਟਲ ਟੂ ਐਨਾਲੌਗ ਕਨਵਰਜਨ ਨੂੰ ਕੀ ਕਹਿੰਦੇ ਆ ਆਪਾਂ, ਮੋਡੂਲੇਸ਼ਨ ਸੈਂਟਰ ਸਾਈਡ 'ਤੇ ਹੁੰਦੀ ਆ, ਰਿਸੀਵਰ ਸਾਈਡ 'ਤੇ ਕੀ ਹੁੰਦਾ ਐਨਾਲੌਗ ਟੂ ਡਿਜੀਟਲ ਕਨਵਰਜਨ ਹੁੰਦੀ ਆ, ਇਹਨੂੰ ਆਪਾਂ ਡੀਮੋਡੂਲੇਸ਼ਨ ਕਹਿੰਦੇ ਆ ਜੀ। ठीक है जी। ये स्लाइड अपनी कंप्लीट है। इस तो आप नैक्सट स्लाइड पर मूव करते हैं जी। नैक्सट है साढ़े को टाइप ऑफ मॉडम। बेटा देखो इनू आप कई तरीके नाल वंड सकते हैं, मॉडम नू अगे डिवाइड कर सकते हैं। ठीक है जी। जिद्दां बेस्ड ऑन देयर डायरैक्शनल कैपेसिटी डायरैक्शनल कैपेसिटी भी हिसाब नाल आप डिवाइड कर सकते हैं। ट्रांसमिशन मोड के बेस पर आप इनू दो टाइप्स में डिवाइड कर सकते हैं, सिनक्रोनस एसिनक्रोनस। ठीक है जी। ਹੁਣ ਜਿਹੜੇ ਪਹਿਲੀਆਂ 2 ਟਾਈਪਸ ਨੇ, ਜਿੱਦਾਂ ਜਿਹੜੀ ਹੈਗੀ ਤੁਹਾਡੀ ਹਾਫ ਡੁਪਲੈਕਸ, ਫੁੱਲ ਡੁਪਲੈਕਸ। ਡਾਇਰੈਕਸ਼ਨਲ ਕੈਪੈਸਿਟੀ ਦਾ ਮਤਲਬ ਕੀ ਹੈ ਕਿ ਮੰਨ ਲਓ ਹਾਫ ਡੁਪਲੈਕਸ, ਇਹ ਜਿਹੜੇ ਦੋਨੋਂ ਟੌਪਿਕ ਨੇ ਨਾ ਇਹ ਸਾਡੇ ਸਿਲੇਬਸ ਦਾ ਪਾਰਟ ਨਹੀਂ ਨੇ, ਇਹ ਤੁਸੀਂ ਪੜ੍ਹਨੇ ਨੇ ਕੰਪਿਊਟਰ ਨੈਟਵਰਕ ਦੇ ਵਿੱਚ। ਸਾਡੇ ਜੋ ਸਿਲੇਬਸ ਦੇ ਵਿੱਚ ਹੈ ਅਸੀਂ ਜੋ ਟਾਈਪਸ ਪੜ੍ਹਨੀਆਂ ਨੇ ਮੋਡਮ ਦੀਆਂ, ਅਸੀਂ ਪੜ੍ਹਨੀਆਂ ਨੇ ਡਾਇਲ ਅਪ ਮੋਡਮ ਕਿਹੜੇ ਹੁੰਦੇ ਨੇ, ਕੇਬਲ ਮੋਡਮ ਕਿਹੜੇ ਹੁੰਦੇ ਨੇ, DSL ਮੋਡਮ ਕਿਹੜੇ ਹੁੰਦੇ ਨੇ। ਕਿਉਂਕਿ ਸਾਡਾ ਜਿਹੜਾ ਸਬਜੈਕਟ ਹੈ ਇੰਟਰਨੈਟ ਐਂਡ ਵੈਬ ਟੈਕਨੋਲੋਜੀ ਸੀ, ਆਪਾਂ ਟੈਕਨੋਲੋਜੀ ਪੜ੍ਹਨੀ ਵੀ ਪਹਿਲਾਂ ਕਿਹੜੀ ਟੈਕਨੋਲੋਜੀ ਸੀ, ਉਸ ਤੋਂ ਬਾਅਦ ਕਿਹੜੀ ਆਈ, ਉਸ ਤੋਂ ਬਾਅਦ ਕਿਹੜੀ ਆਈ, ਆਪਾਂ ਕਿਹੜੀ ਤਰੀਕੇ ਨਾਲ ਆਪਾਂ ਇੰਟਰਨੈਟ ਨੂੰ ਐਕਸੈਸ ਕਰਦੇ ਰਹੇ ਹਾਂ ਅਤੇ ਕਿਵੇਂ ਹੁਣ ਆਪਾਂ ਕੀ ਕਰ ਰਹੇ ਹਾਂ। ਠੀਕ ਹੈ। ਇਹ ਜਿਹੜੀਆਂ ਟਾਈਪਸ ਨੇ ਮੈਂ ਤੁਹਾਨੂੰ ਤਾਂ ਇੱਥੇ ਲਿਖ ਦਿੱਤਾ ਕਿ ਕਿਉਂਕਿ ਤੁਸੀਂ ਮੋਡਮ 'ਤੇ ਪੜ੍ਹ ਰਹੇ ਹੋ, ਤੁਸੀਂ ਉਹ ਮੋਡਮ ਨੈਟਵਰਕ ਦੇ ਵਿੱਚ ਵੀ ਪੜ੍ਹਨਾ ਹੈ ਨਾ, ਉੱਥੇ ਫਿਰ ਤੁਸੀਂ ਪਰੇਸ਼ਾਨ ਨਾ ਹੋ ਵੀ ਅਸੀਂ ਤਾਂ ਟਾਈਪਸ ਕੁਝ ਹੋਰ ਪੜ੍ਹੀਆਂ, ਅਸੀਂ ਤਾਂ ਕੁਝ ਹੋਰ ਲਿਖਿਆ ਆ ਗਿਆ। ਜਦੋਂ ਤੁਸੀਂ ਨੈਟਵਰਕ ਪੜ੍ਹੋਗੇ ਹੈ ਨਾ, ਇਹਨਾਂ ਡਾਇਰੈਕਸ਼ਨਲ ਕੈਪੈਸਿਟੀ ਦੇ ਹਿਸਾਬ ਨਾਲ ਇਹਨਾਂ ਨੂੰ ਦੋ ਹਾਫ ਡੁਪਲੈਕਸ ਅਤੇ ਫੁੱਲ ਡੁਪਲੈਕਸ ਵੰਡਿਆ ਜਾਂਦਾ ਵਾ। ਟਰਾਂਸਮਿਸ਼ਨ ਮੋਡ ਦੇ ਬੇਸ 'ਤੇ ਇਹਨਾਂ ਨੂੰ ਸਿਨਕ੍ਰੋਨਸ ਅਤੇ ਸਿਨਕ੍ਰੋਨਸ 'ਚ ਵੰਡਿਆ ਜਾਂਦਾ ਹੈ। ਅਤੇ ਟੈਕਨੋਲੋਜੀ ਹਿਸਾਬ ਨਾਲ ਆਹ ਡਾਇਲ ਅਪ ਮੋਡਮ, ਕੇਬਲ ਮੋਡਮ, DSL ਮੋਡਮ ਦੇ ਵਿੱਚ ਵੰਡਿਆ ਜਾਂਦਾ ਹੈ। ਤੁਹਾਨੂੰ ਮੈਂ ਬਰੀਫ ਦੇ ਵਿੱਚ ਥੋੜ੍ਹਾ ਦੱਸ ਦਿੰਦਾ ਵਾਂ ਕਿ ਹਾਫ ਡੁਪਲੈਕਸ ਜਾਂ ਫੁੱਲ ਡੁਪਲੈਕਸ ਕੀ ਹੁੰਦਾ ਸੀ। ਹਾਫ ਡੁਪਲੈਕਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਟਾਈਮ 'ਤੇ ਇੱਕ ਹੀ ਚੀਜ਼ ਹੋਣੀ, ਜਾਂ ਤਾਂ ਤੁਸੀਂ ਡਾਟਾ ਸੈਂਡ ਕਰ ਲਓ ਅਤੇ ਜਾਂ ਰਿਸੀਵ ਕਰ ਲਓ। ਜੇਕਰ ਤੁਸੀਂ ਡਾਟਾ ਸੈਂਡ ਕਰ ਰਹੇ ਹੋ ਨਾ, ਅਤੇ ਜਿਹੜਾ ਰਿਸੀਵਰ ਹੈ ਉਹ ਅੱਗੇ ਕਿਸੇ ਨੂੰ ਡਾਟਾ ਸੈਂਡ ਜਾਂ ਰਿਸੀਵ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਹੈ ਨਾ ਵੀ ਉਹ ਡਾਟਾ ਰਿਸੀਵ ਕਰ ਰਿਹਾ ਹੋਵੇ। ਠੀਕ ਹੈ ਜੀ। ਇੱਕ ਵਨ ਵੇ ਕਮਿਊਨੀਕੇਸ਼ਨ ਹੈ ਵੀ ਸਿਰਫ ਇੱਕੋ ਸਾਈਡ 'ਤੇ ਡਾਟਾ ਫਲੋ ਕਰਨ ਦਿਆ ਹੈ। ਫੁੱਲ ਡੁਪਲੈਕਸ ਦੇ ਵਿੱਚ ਕੀ ਹੈ ਕਿ ਇੱਕੋ ਟਾਈਮ 'ਤੇ ਆਪਾਂ ਡਾਟਾ ਸੈਂਡ ਵੀ ਕਰ ਸਕਦੇ ਹਾਂ, ਰਿਸੀਵ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਬਸ ਇੰਨਾ ਕੁ ਤੁਸੀਂ ਯਾਦ ਰੱਖੋ। ਇਹ ਤੁਸੀਂ ਪੂਰਾ ਟੌਪਿਕ ਡਿਟੇਲ ਦੇ ਵਿੱਚ ਕੰਪਿਊਟਰ ਨੈਟਵਰਕ ਸਬਜੈਕਟ ਦੇ ਵਿੱਚ ਤੁਸੀਂ ਪੜ੍ਹਨਾ ਹੈ। ਉਸ ਤੋਂ ਬਾਅਦ ਸਿਨਕ੍ਰੋਨਸ ਦੇ ਵਿੱਚ ਕੀ ਹੈ ਅਤੇ ਏਸਿਨਕ੍ਰੋਨਸ ਦੇ ਵਿੱਚ ਕੀ ਹੈ। ਜੋ ਡਾਟਾ ਤੁਹਾਡਾ ਟਰਾਂਸਮਿਸ਼ਨ ਹੁੰਦਾ ਹੈ, ਏਸਿਨਕ੍ਰੋਨਸ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਕੋਈ ਡਾਟਾ ਸੈਂਡ ਕੀਤਾ, ਜਿੱਦਾਂ ਤੁਸੀਂ ਮੰਨ ਲਓ ਡਾਟਾ ਤੁਹਾਡਾ ਹੈਗਾ ਹੈ, ਤੁਸੀਂ ਐਗਜ਼ੈਂਪਲ ਤੌਰ 'ਤੇ ਮੰਨੋ 0 1 1 1 0 1। ਹੁਣ ਇਹਦੀ ਸਟਾਰਟ ਬਿਟ ਕੀ ਹੈ 0 ਅਤੇ ਲਾਸਟ ਬਿਟ ਕਿਹੜੀ ਹੈ 1। ਜਿਹੜੀ ਫਸਟ ਬਿਟ ਹੈ ਇਹਨੂੰ ਆਪਾਂ ਸਟਾਰਟ ਬਿਟ ਮੰਨਣਾ ਹੈ ਅਤੇ ਲਾਸਟ ਬਿਟ ਨੂੰ ਆਪਾਂ ਸਟੋਪ ਬਿਟ ਜਾਂ ਐਂਡ ਬਿਟ ਮੰਨਣਾ ਹੈ। ਜਦੋਂ ਆਪਾਂ ਡਾਟਾ ਸੈਂਡ ਕਰਾਂਗੇ ਨਾ ਤਾਂ ਇਸ ਤੋਂ ਪਤਾ ਲੱਗ ਜਾਏਗਾ ਵੀ ਹਾਂ ਇਸ ਤੋਂ ਡਾਟਾ ਸਟਾਰਟ ਹੋਇਆ ਹੈ, ਅਤੇ ਜਦੋਂ ਲਾਸਟਲੀ ਬਿਟ ਰਿਸੀਵ ਹੋ ਗਈ ਆਪਾਂ ਕੰਪੇਅਰ ਕਰਨਾ ਵੀ ਹਾਂ ਇਹ ਕੀ ਹੈ, ਸਟੋਪ ਬਿਟ ਹੈ, ਐਂਡ ਬਿਟ ਹੈ। ਡਾਟੇ ਨੂੰ ਪਤਾ ਲੱਗ ਜੂ ਵੀ ਡਾਟਾ ਟਰਾਂਸਮਿਸ਼ਨ ਕੰਪਲੀਟ ਹੋ ਗਈ ਹੈ ਨਾ। ਅਤੇ ਟਰਾਂਸਮਿਸ਼ਨ ਮੋਡ ਦੇ ਵਿੱਚ ਅਤੇ ਸਿਨਕ੍ਰੋਨਸ ਦੇ ਵਿੱਚ ਕੀ ਹੁੰਦਾ ਕਿ ਆਪਾਂ ਇੱਕ ਕਲੋਕ ਪਲਸ ਯੂਜ਼ ਕਰਦੇ ਹਾਂ ਡਾਟਾ ਟਰਾਂਸਮਿਸ਼ਨ ਦੇ ਵਿੱਚ। ਠੀਕ ਹੈ ਜੀ। ਇਹ ਬੇਸਿਕ ਜਿਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਤੁਸੀਂ ਕੰਪਿਊਟਰ ਨੈਟਵਰਕ ਦੇ ਵਿੱਚ ਸਾਰਾ ਪੜ੍ਹੋਗੇ। ਇਹ ਆਪਣਾ ਪਾਰਟ ਵੀ ਨਹੀਂ ਹੈ ਆਪਣੇ ਸਿਲੇਬਸ ਦਾ। ਥੋੜ੍ਹਾ ਜਿਹਾ ਮੈਂ ਤੁਹਾਨੂੰ ਤਾਂ ਦੱਸਿਆ ਕਿ ਤੁਸੀਂ ਇੱਥੇ ਤੁਹਾਨੂੰ ਮੈਂ ਤਦ ਪੜ੍ਹਾ ਦਿੱਤਾ ਵੀ ਤੁਸੀਂ ਜੋ ਕੰਪਿਊਟਰ ਨੈਟਵਰਕ ਦੇ ਵਿੱਚ ਤੁਸੀਂ ਮੋਡਮ ਪੜ੍ਹਨਾ, ਅਤੇ ਕਈ ਬੱਚੇ ਘਬਰਾ ਜਾਂਦੇ ਨੇ ਕਿ ਅਸੀਂ ਤਾਂ ਡਾਇਲ ਅਪ ਮੋਡਮ ਪੜ੍ਹ ਕੇ ਆਏ ਹਾਂ, ਕੇਬਲ ਮੋਡਮ ਪੜ੍ਹ ਕੇ ਆਏ ਹਾਂ, ਅਤੇ ਗਾੜੀ ਤੁਸੀਂ
ਹੁਣ ਹਾਫ ਮੋਡਮ ਇਹ ਤਾਂ ਉਦੋਂ ਪੜ੍ਹੇ ਨਹੀਂ, ਇਹ ਬੇਸ ਔਨ ਜਿਹੜਾ ਸਬਜੈਕਟ ਹੈ ਨਾ ਵੀ ਆਪਾਂ ਕਿਸ ਤਰੀਕੇ ਨਾਲ ਕਿਹੜੇ ਸਬਜੈਕਟ 'ਚ ਪੜ੍ਹਦੇ ਆ ਉਸ ਹਿਸਾਬ ਨਾਲ ਉਹਦੀ ਟਾਈਪਸ ਆਪਾਂ ਪੜ੍ਹਨੀਆਂ ਨੇ। ਹੁਣ ਮੋਡਮ ਆਪਾਂ IWT ਦੇ ਵਿੱਚ ਕੀ ਪੜ੍ਹਨਾ ਹੈ, ਡਾਇਲ ਅਪ ਮੋਡਮ ਕਿਹੜੇ ਸੀ, ਉਸ ਤੋਂ ਬਾਅਦ DSL ਮੋਡਮ ਕਿਹੜੇ ਆ ਤੇ ਕੇਬਲ ਮੋਡਮ ਕਿਹੜੇ ਨੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਆਪਾਂ ਮੋਡਮ ਕਰਦੇ ਹਾਂ ਜੀ ਕਵਰ। ਸਾਡਾ ਪਹਿਲਾ ਮੋਡਮ ਹੈ ਜੀ ਡਾਇਲ ਅਪ ਮੋਡਮ। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਡਾਇਲ ਅਪ ਦਾ ਇਹਦਾ ਨਾਮ ਤੋਂ ਹੀ ਕਲੀਅਰ ਹੈ ਕਿ ਸਾਨੂੰ ਕੋਈ ਨੰਬਰ ਡਾਇਲ ਕਰਨਾ ਪੈਂਦਾ ਸੀ ਇੰਟਰਨੈਟ ਕਨੈਕਸ਼ਨ ਐਸਟੈਬਲਿਸ਼ ਕਰਨ ਵਾਸਤੇ। ਜਿਸ ਤਰ੍ਹਾਂ ਨੰਬਰ ਹੋ ਗਿਆ *#99# ਜਾਂ *#011#। ਜਦੋਂ ਇੱਕ ਨੰਬਰ ਆਪਾਂ ਡਾਇਲ ਕਰਾਂਗੇ ਸਾਡਾ ਜਿਹੜਾ ਕਨੈਕਸ਼ਨ ਹੀ ਇੰਟਰਨੈਟ 'ਤੇ ਬਣ ਜਾਂਦਾ ਸੀ। ਹੁਣ ਹੁੰਦਾ ਕੀ ਕਿ ਇੱਕ ਪਿੱਛੋਂ ਇੱਕ ਟੈਲੀਫੋਨ ਦੀ ਲਾਈਨ ਆ ਰਹੀ ਹੈ, ਉਸੇ ਲਾਈਨ ਨੂੰ ਆਪਾਂ ਇੱਕ ਮੋਡਮ ਵਿੱਚ ਇੱਕ ਹੈ ਨਾ ਉਸ ਮਤਲਬ ਕਿ ਇੱਕ ਕਨੈਕਸ਼ਨ ਆਪਾਂ ਆਪਣੇ ਮੋਡਮ ਨੂੰ ਦੇਤਾ, ਡਾਇਲ ਅਪ ਮੋਡਮ ਨੂੰ, ਅਤੇ ਮਤਲਬ ਕਿ ਉਸ ਦਾ ਹੀ ਇੱਕ ਪਾਰਟ ਜਿਹੜਾ ਉਹ ਆਪਾਂ ਆਪਣੇ ਟੈਲੀਫੋਨ ਨੈਟਵਰਕ ਨੂੰ ਆਪਾਂ ਕਨੈਕਟ ਉਸੇ ਲਾਈਨ ਨਾਲ ਕਨੈਕਟ ਕਰਤਾ ਆਪਣੇ ਟੈਲੀਫੋਨ ਨੂੰ, ਜਿਹੜੇ ਹੁੰਦੇ ਨਾ ਟੈਲੀਫੋਨ ਜਿਹੜੇ ਆਪਣੇ ਲੈਂਡਲਾਈਨ ਹੁੰਦੇ ਸੀ। ਠੀਕ ਹੈ ਜੀ, ਹੁਣ ਪ੍ਰੋਬਲਮ ਕੀ ਆ ਜਾਂਦੀ ਸੀ ਡਾਇਲ ਅਪ ਕਨੈਕਸ਼ਨ ਦੇ ਵਿੱਚ ਵੀ ਜਦੋਂ ਤੁਸੀਂ ਇੰਟਰਨੈਟ ਐਕਸੈਸ ਕਰ ਰਹੇ ਹੋ, ਕਰਦੇ ਮੰਨ ਲਓ ਤੁਸੀਂ ਇੰਟਰਨੈਟ ਐਕਸੈਸ ਕਰ ਰਹੇ ਹੋ ਅਤੇ ਤੁਹਾਨੂੰ ਵਿੱਚੇ ਕੋਈ ਫੋਨ ਆ ਗਿਆ। ਠੀਕ ਹੈ ਜੀ, ਤੁਹਾਡਾ ਜਿਹੜਾ ਰਿਸੀਵਰ ਆ ਉਹ ਤੁਹਾਨੂੰ ਕੋਈ ਫੋਨ ਆ ਗਿਆ ਜਾਂ ਤੁਹਾਨੂੰ ਫੋਨ ਕਰਨਾ ਪੈ ਗਿਆ, ਅਤੇ ਉਸ ਕੇਸ ਦੇ ਵਿੱਚ ਕੀ ਹੈ ਕਿ ਤੁਹਾਡਾ ਜਿਹੜਾ ਇੰਟਰਨੈਟ ਦਾ ਕਨੈਕਸ਼ਨ ਆ ਉਹ ਇੰਟਰਪਟ ਹੋ ਜਾਏਗਾ। ਠੀਕ ਹੈ, ਤੁਸੀਂ ਇੰਟਰਨੈਟ ਐਕਸੈਸ ਨਹੀਂ ਕਰ ਸਕਦੇ ਜਿਸ ਟਾਈਮ ਤੱਕ ਤੁਸੀਂ ਟੈਲੀਫੋਨ ਆਪਣਾ ਸੁਣ ਰਹੇ ਹੋ ਜਾਂ ਕਰ ਰਹੇ ਹੋ ਜਾਂ ਰਿਸੀਵ ਕਰ ਰਹੇ ਹੋ ਕੋਈ ਕਾਲ ਵਗੈਰਾ, ਉਹਨਾਂ ਚਿਰ ਤੱਕ ਤੁਸੀਂ ਇੰਟਰਨੈਟ ਨੂੰ ਐਕਸੈਸ ਕਰ ਹੀ ਨਹੀਂ ਸਕਦੇ। ਠੀਕ ਹੈ ਜੀ, ਡਾਇਲ ਅਪ ਕਨੈਕਸ਼ਨ ਦੇ ਵਿੱਚ ਇਹ ਬੜੀ ਲਿਮਿਟੇਸ਼ਨ ਹੀ ਕਿ ਇੱਕ ਟਾਈਮ 'ਤੇ ਜੇ ਇੱਕੋ ਕੰਮ ਹੀ ਹੋਣਾ, ਜਾਂ ਤਾਂ ਤੁਸੀਂ ਇੰਟਰਨੈਟ ਐਕਸੈਸ ਕਰ ਲਓ ਅਤੇ ਜਾਂ ਤੁਸੀਂ ਫੋਨ ਸੁਣ ਲਓ। ਇਹ ਡਾਇਲ ਅਪ ਕਨੈਕਸ਼ਨ ਦਾ ਇੱਕ ਲਿਮਿਟੇਸ਼ਨ ਹੀ। ਉਸ ਤੋਂ ਬਾਅਦ ਇਹਦੀ ਇੱਕ ਹੋਰ ਲਿਮਿਟੇਸ਼ਨ ਹੈ ਕਿ ਇਹਦੀ ਸਪੀਡ ਬੜੀ ਘੱਟ ਸੀ, 56 ਕਿਲੋਬਿਟਸ ਪਰ ਸੈਕਿੰਡ ਹੀ, kbps ਹੈ ਨਾ, 56 kbps ਸੀ, ਬਹੁਤ ਹੀ ਲਿਮਿਟਡ ਸਪੀਡ ਹੈ ਜੀ। ਤੁਸੀਂ ਦੇਖੋ ਅੱਜ ਕੱਲ੍ਹ ਤਾਂ ਅਸੀਂ ਸਾਡੇ ਕੋਲ 2-2 GB ਇੱਕ ਡਾਟਾ ਅਸੀਂ ਉਹ ਮੁਕਾ ਦਿੰਦੇ ਹਾਂ, ਅਤੇ 56 kbps ਜੋ ਸਪੀਡ ਆਊਗੀ ਅਤੇ ਫਿਰ ਤੁਸੀਂ ਕੀ ਐਕਸੈਸ ਕਰ ਲਓਗੇ। ਤੁਸੀਂ ਕੋਈ ਚੀਜ਼ ਐਕਸੈਸ ਕਰਨੀ ਹੈ ਉਹਦੀ YouTube 'ਤੇ ਕੋਈ ਲੈਕਚਰ ਸੁਣਨਾ ਬੜੀ ਮੁਸ਼ਕਿਲ ਹੀ, ਉਦੋਂ ਮਤਲਬ ਕਿ ਡਾਟਾ ਐਕਸੈਸ ਕਰਨ 'ਚ ਬੜੀ ਦਿੱਕਤ ਆਉਂਦੀ ਸੀ। ਇੱਕ ਵਾਰ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਇਟ ਇਜ਼ ਦੀ ਓਲਡੈਸਟ ਫਾਰਮ ਆਫ ਇੰਟਰਨੈਟ ਕਨੈਕਸ਼ਨ ਮੋਡਮ। ਬਿਲਕੁਲ ਠੀਕ ਹੈ, ਬਹੁਤ ਪੁਰਾਣਾ ਮੋਡਮ ਹੈ, ਬੜੀ ਓਲਡੈਸਟ ਫਾਰਮ ਹੈ। ਦੂਸਰੀ ਲਾਈਨ ਇਟ ਯੂਜ਼ ਦੀ ਫੋਨ ਲਾਈਨ ਟੂ ਕਨੈਕਟ ਯੂਰ ਇੰਟਰਨੈਟ ਸਰਵਿਸ ਪ੍ਰੋਵਾਈਡਰ। ਫੋਨ ਲਾਈਨ ਦੇ ਆਪਾਂ ਪ੍ਰਯੋਗ ਕਰਦੇ ਹਾਂ ਜੀ, ਉਸੇ ਫੋਨ ਲਾਈਨ ਦਾ ਯੂਜ਼ ਕਰਦੇ ਹਾਂ ਇੰਟਰਨੈਟ ਨਾਲ ਕਨੈਕਟ ਕਰਨ ਵਾਸਤੇ। ਇੰਟਰਨੈਟ ਸਰਵਿਸ ਪ੍ਰੋਵਾਈਡਰ ਕੀ ਨੇ, ਜਿਹੜੇ ਤੁਹਾਨੂੰ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਦੇ ਨੇ। ਜਿਵੇਂ ਤੁਸੀਂ ਪਹਿਲਾਂ BSNL ਕਰਦਾ ਸੀ, ਹੁਣ ਏਅਰਟੈਲ ਕਰਦਾ ਹੈ, ਆਈਡੀਆ ਕਰਦਾ ਹੈ, ਇਹ ਤੁਹਾਡੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੇ। ਠੀਕ ਹੈ ਜੀ, ਡਾਇਲ ਅਪ ਕਨੈਕਸ਼ਨ ਤੁਹਾਡਾ ਕਨੈਕਸ਼ਨ ਐਸਟੈਬਲਿਸ਼ ਕਰਦਾ ਹੈ ਥਰੂ ਦੀ ਫੋਨ ਲਾਈਨ ਵਿਦ ਯੂਰ ISP। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਦੇਖੋ ਮੈਂ ਤੁਹਾਨੂੰ ਜੋ ਲਾਈਨ ਦੱਸੀ ਹੈ ਵੀ ਇੱਕ ਟਾਈਮ 'ਤੇ ਜਾਂ ਤੁਸੀਂ ਫੋਨ ਸੁਣ ਲਓ ਅਤੇ ਜਾਂ ਤੁਸੀਂ ਇੰਟਰਨੈਟ ਚਲਾ ਲਓ। ਉਹ ਲਿਖਿਆ ਹੈ ਇਫ ਯੂ ਹੈਵ ਵਨ ਫੋਨ ਲਾਈਨ ਜਾਂ ਵਨ ਟੈਲੀਫੋਨ ਲਾਈਨ ਯੂ ਵੋਂਟ ਬੀ ਏਬਲ ਟੂ ਐਕਸੈਸ ਦੀ ਇੰਟਰਨੈਟ ਐਟ ਦਾ ਟਾਈਮ ਯੂ ਆਰ ਟਾਕਿੰਗ ਔਨ ਯੂਰ ਫੋਨ। ਜਿੰਨੇ ਚਿਰ ਤੁਸੀਂ ਫੋਨ 'ਤੇ ਗੱਲ ਕਰ ਰਹੇ ਹੋ ਉਨੇ ਚਿਰ ਤੱਕ ਤੁਸੀਂ ਇੰਟਰਨੈਟ ਨਹੀਂ ਚਲਾ ਸਕਦੇ ਹੈ ਨਾ। ਉਸ ਤੋਂ ਬਾਅਦ ਤੁਸੀਂ ਸਪੀਡ ਦੇਖੋ 56 kbps ਦੀ ਸਪੀਡ ਆ, ਕਿਲੋਬਿਟਸ ਪਰ ਸੈਕਿੰਡ, ਇਹ ਤੋਂ ਬਹੁਤ ਜ਼ਿਆਦਾ ਘੱਟ ਸਪੀਡ ਹੈ ਜੀ। ਇਹੀ ਦੀਆਂ ਲਿਮਿਟੇਸ਼ਨਾਂ ਸੀ। ਇਸ ਤੋਂ ਬਾਅਦ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ ਜੀ। ਸਾਡਾ ਨੈਕਸਟ ਹੈ ਜੀ DSL ਮੋਡਮ, ਡਿਜੀਟਲ ਸਬਸਕ੍ਰਾਈਬਰ ਮੋਡਮ। ਇਸ ਦੇ ਵਿੱਚ ਕੀ ਹੈ, ਮੈਂ ਤੁਹਾਨੂੰ ਤੁਸੀਂ ਡੈਫੀਨੇਸ਼ਨ ਨੋਟ ਕਰ ਲਿਓ, ਟਾਈਪਸ ਨੋਟ ਕਰ ਲਿਓ, ਮੈਂ ਤੁਹਾਨੂੰ ਸਮਝਾ ਦਿੰਦਾ ਹੁੰਦਾ ਕਿ ਵੀ ਜਦੋਂ ਸਾਡਾ ਡਾਇਲ ਅਪ ਮੋਡਮ ਸੀ ਉਹਦੀ ਜਿਹੜੀ ਫ੍ਰੀਕੁਐਂਸੀ ਬੈਂਡਵਿਡਥ ਜਿਹੜੀ ਉਹਨੂੰ ਅਲੋਟਮੈਂਟ ਸੀ ਉਹ ਬਹੁਤ ਘੱਟ ਸੀ, ਜਿਹਦੇ ਕਾਰਨ ਸਪੀਡ ਬੜੀ ਘੱਟ ਆਉਂਦੀ ਸੀ ਹੈ ਨਾ, ਉਹਦੀ ਫ੍ਰੀਕੁਐਂਸੀ ਰੇਂਜ ਬੜੀ ਘੱਟ ਸੀ। ਪਰ ਜਿਹੜੇ ਸਾਡੇ DSL ਮੋਡਮ ਹੈ ਨਾ, ਇਹਨਾਂ ਦੀ ਫ੍ਰੀਕੁਐਂਸੀ ਰੇਂਜ ਜਿਹੜੀ ਬਹੁਤ ਜ਼ਿਆਦਾ ਹੈ ਨਾ, ਉਹਦੇ ਮੁਕਾਬਲੇ ਜ਼ਿਆਦਾ ਸੀ। ਹੁਣ ਹੁੰਦਾ ਇਹਦੇ ਵਿੱਚ ਕੀ ਆ ਕਿ ਜਦੋਂ ਜੋ ਆਪਣਾ ਡਾਇਲ ਅਪ ਸੀ ਉਹਦੇ ਵਿੱਚ ਜੇ ਤੱਕ ਤੁਹਾਨੂੰ ਫੋਨ ਕਾਲ ਆ ਗਈ ਜਾਂ ਤੁਹਾਨੂੰ ਕੋਈ ਫੋਨ ਕਰਨਾ ਪੈ ਗਿਆ, ਤੁਹਾਡਾ ਇੰਟਰਨੈਟ ਕਨੈਕਸ਼ਨ ਟੁੱਟ ਗਿਆ। ਪਰ ਇਸ ਦੇ ਵਿੱਚ ਜਿਹੜੇ DSL ਮੋਡਮ ਸੀ ਇਹਨਾਂ ਵਿੱਚ ਇਸ ਤਰ੍ਹਾਂ ਨਹੀਂ ਸੀ। ਤੁਸੀਂ ਇੱਕੋ ਟਾਈਮ 'ਤੇ ਫੋਨ ਵੀ ਸੁਣ ਸਕਦੇ ਹੋ ਅਤੇ ਕਾਲ ਵੀ ਕਰ ਸਕਦੇ ਹੋ, ਫੋਨ ਵੀ ਸੁਣ ਸਕਦੇ ਹੋ ਅਤੇ ਇੰਟਰਨੈਟ ਵੀ ਐਕਸੈਸ ਕਰ ਸਕਦੇ ਹੋ। ਦੋਵੇਂ ਕੰਮ ਪੈਰਲਲ ਕਰ ਸਕਦੇ ਹੋ। ਵੀ ਇਹ ਨਹੀਂ ਵੀ ਤੁਸੀਂ ਇੰਟਰਨੈਟ ਐਕਸੈਸ ਕਰਨ ਦਿਓ, ਤੁਸੀਂ ਕੋਈ YouTube 'ਤੇ ਵੀਡੀਓ ਦੇਖ ਰਹੇ ਹੋ, ਉਹਦੇ ਵਿੱਚ ਟੈਲੀਫੋਨ ਆ ਗਿਆ ਤੁਹਾਡੇ ਲੈਂਡਲਾਈਨ 'ਤੇ, ਅਤੇ ਤੁਸੀਂ ਜਦੋਂ ਟੈਲੀਫੋਨ ਦਾ ਰਿਸੀਵਰ ਚੁੱਕਿਆ ਅਤੇ ਤੁਹਾਡਾ ਇੰਟਰਨੈਟ ਬੰਦ ਹੋ ਗਿਆ। ਉਹ ਪੁਰਾਣੇ ਡਾਇਲ ਅਪ ਮੋਡਲ ਦੇ ਵਿੱਚ ਇੰਝ ਸੀ ਕਿ ਜੇ ਤੁਸੀਂ ਰਿਸੀਵਰ ਚੁੱਕਿਆ ਨਾਲ ਤੁਹਾਡਾ ਕਨੈਕਸ਼ਨ ਇੰਟਰਪਟ ਹੋ ਜਾਂਦਾ ਸੀ। ਪਰ DSL ਦੇ ਵਿੱਚ ਕੀ ਆ ਕਿ ਤੁਸੀਂ ਇੰਟਰਨੈਟ ਵੀ ਐਕਸੈਸ ਨਾਲ ਕਰੀ ਜਾ ਰਹੇ ਹੋ ਅਤੇ ਨਾਲ ਤੁਸੀਂ ਆਪਣਾ ਫੋਨ ਕਰ ਵੀ ਸਕਦੇ ਹੋ, ਸੁਣ ਵੀ ਸਕਦੇ ਹੋ, ਦੋਨੋਂ ਕੰਮ ਪੈਰਲਲ ਹੀ ਕਰ ਸਕਦੇ ਹੋ। ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਸਪੀਡ ਆਉਂਦੀ ਸੀ 56 kbps ਆਉਂਦੀ ਸੀ, ਇਹਦੇ ਵਿੱਚ 10 Mbps ਆਉਂਦੀ ਆ ਹੈ ਨਾ ਜੀ, 10 megabit per second। ਉਹਦੇ ਮੁਕਾਬਲੇ ਬਹੁਤ ਜ਼ਿਆਦਾ ਆਉਂਦੀ ਹੈ। ਉਹਦਾ ਕਾਰਨ ਕੀ ਕਿ ਜਿਹੜੀ ਇਹ ਫ੍ਰੀਕੁਐਂਸੀ ਰੇਂਜ ਹੈ ਜਿਹੜੀ ਇਹਦੀ DSL ਕਨੈਕਸ਼ਨ ਦੀ ਉਹ ਜ਼ਿਆਦਾ ਵਾ ਐਜ਼ ਕੰਪੇਅਰ ਟੂ ਡਾਇਲ ਅਪ ਦੇ ਵਿੱਚ। ਹੁਣ ਇਸ ਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ ਜੀ, ADSL ਅਤੇ SDSL। ADSL ਦਾ ਮਤਲਬ ਕੀ ਏਸਿਮੈਟ੍ਰਿਕ ਤੋਂ ਭਾਵ ਆ
ਵੀ ਤੁਸੀਂ ਇਹ ਮੰਨ ਕੇ ਚੱਲੋ ਕਿ ਆਪਾਂ ਸਾਰੇ ਜਿਹੜੇ ਆਮ ਜਿਹੜੇ ਆਪਾਂ ਜਿੱਦਾਂ ਹੁਣ ਇਸ ਮਿੰਟ ਦਾ ਮਤਲਬ ਸਾਡੀ ਡਾਊਨਲੋਡਿੰਗ ਸਪੀਡ ਨਾ ਉਹ ਜ਼ਿਆਦਾ ਆਉਣੀ ਆ। ਜਿੱਦਾਂ ਹੁਣ ਆਪਾਂ ਯੂਜ਼ਰ ਐਂਡ ਯੂਜ਼ਰ ਆ, ਤੁਸੀਂ ਕਸਟਮਰ, ਆਪਾਂ ਸਾਰੇ ਅਸੀਂ ਕੀ ਹੁੰਦਾ ਹੈ ਕਿ ਆਪਾਂ ਕੋਈ ਪ੍ਰੋਫੈਸ਼ਨਲ ਤਾਂ ਨਹੀਂ ਹੈ ਵੀ ਜਿਹੜੇ YouTube 'ਤੇ ਵੀਡੀਓ ਡੇਲੀ ਅਪਲੋਡ ਕਰਦੇ ਆ। ਸਾਨੂੰ ਮੇਨ ਸਾਡਾ ਮੋਟਿਵ ਕੀ ਹੁੰਦਾ ਹੈ, ਸਾਡੇ ਜਿਹੜੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਨੂੰ ਵੀ ਇੰਨੀ ਗੱਲ ਦਾ ਪਤਾ ਹੁੰਦਾ ਹੈ ਕਿ ਜਿਹੜੇ ਸਾਡੇ ਯੂਜ਼ਰ ਨੇ ਉਹ ਡਾਟਾ ਜ਼ਿਆਦਾ ਰਿਸੀਵ ਕਰਦੇ ਨੇ ਅਤੇ ਅਪਲੋਡ ਬਹੁਤ ਘੱਟ ਕਰਦੇ ਨੇ। ਇਹ ਕਰਕੇ ਸਾਨੂੰ ਜਿਹੜੇ ਕਨੈਕਸ਼ਨ ਪ੍ਰੋਵਾਈਡ ਕੀਤੇ ਜਾਂਦੇ ਨੇ ਅਤੇ ਸਾਨੂੰ ਜਿਹੜੇ ADSL ਕਨੈਕਸ਼ਨ ਪ੍ਰੋਵਾਈਡ ਕੀਤੇ ਜਾਂਦੇ ਨੇ, ਜਿਨ੍ਹਾਂ ਵਿੱਚ ਕੀ ਹੁੰਦਾ ਕਿ ਤੁਹਾਡੀ ਅਪਲੋਡਿੰਗ ਸਪੀਡ ਘੱਟ ਹੁੰਦੀ ਹੈ ਅਤੇ ਡਾਊਨਲੋਡਿੰਗ ਸਪੀਡ ਬਹੁਤ ਜ਼ਿਆਦਾ ਹੁੰਦੀ ਉਹ ਮੁਕਾਬਲੇ। ਕਿਉਂਕਿ ਜ਼ਿਆਦਾ ਕੀ ਕਰਦੇ ਹਾਂ ਅਸੀਂ, ਡਾਊਨਲੋਡ ਹੀ ਕਰਦੇ ਹਾਂ, ਅਸੀਂ ਜ਼ਿਆਦਾ ਡਾਟਾ ਐਕਸੈਸ ਹੀ ਕਰਦੇ ਹਾਂ, ਅਸੀਂ ਅਪਲੋਡ ਤਾਂ ਕੁਝ ਕਰਦੇ ਨਹੀਂ। ਇਹ ਕਰਕੇ ਜਿਹੜੇ ਸਾਨੂੰ ਕਨੈਕਸ਼ਨ ਮਿਲਦੇ ADSL ਕਨੈਕਸ਼ਨ ਮਿਲਦੇ ਅਤੇ ਮੋਡਮ ਕਿਹੜਾ ਯੂਜ਼ ਕਰਨਾ ਪੈਂਦਾ ਸੀ, ADSL ਮੋਡਮ ਯੂਜ਼ ਕਰਨਾ ਪੈਂਦਾ ਹੈ। ਠੀਕ ਹੈ ਜੀ, ਬੇਸਿਕ ਜੀ ਗੱਲ ਯਾਦ ਰੱਖੋ ਕਿ ਇਹਦੇ ਵਿੱਚ ਕੀ ਆ, ADSL ਦੇ ਵਿੱਚ ਤੁਹਾਡੀ ਅਪਲੋਡਿੰਗ ਸਪੀਡ ਘੱਟ ਹੈ ਅਤੇ ਡਾਊਨਲੋਡਿੰਗ ਸਪੀਡ ਜ਼ਿਆਦਾ ਹੈ। ਆਪਾਂ ਆਪਣੀ ਐਗਜ਼ਾਮਪਲ ਲੈ ਲਈਏ, ਕਿਉਂਕਿ ਆਪਾਂ ਡਾਊਨਲੋਡ ਜ਼ਿਆਦਾ ਕਰਦੇ ਹਾਂ ਜੀ, ਅਪਲੋਡਿੰਗ ਆਪਾਂ ਘੱਟ ਕਰਦੇ ਹਾਂ। ਸਿਮੈਟਰਿਕ DSL ਦੇ ਵਿੱਚ ਕੀ ਸੀ, ਇਹਨਾਂ ਵਿੱਚ ਕੀ ਸੀ ਕਿ ਤੁਹਾਡੀ ਅਪਲੋਡਿੰਗ ਅਤੇ ਡਾਊਨਲੋਡਿੰਗ ਦੋਵੇਂ ਬਰਾਬਰ ਨੇ। ਜਿੱਦਾਂ ਪ੍ਰੋਫੈਸ਼ਨਲ ਯੂਟਿਊਬਰ ਨੇ ਉਹਨਾਂ ਨੂੰ ਤਾਂ ਵੀਡੀਓ ਬਹੁਤ ਅਪਲੋਡ ਕਰਨੀ ਪੈਂਦੀ ਹੈ ਨਾ। ਕੋਈ ਨਿਊਜ਼ ਚੈਨਲ ਹੈ ਉਹਨਾਂ ਨੂੰ ਤਾਂ YouTube 'ਤੇ ਆਪਣੀ ਵੀਡੀਓ ਜਾਂ Facebook 'ਤੇ ਵੀਡੀਓ ਬਹੁਤ ਜ਼ਿਆਦਾ ਅਪਲੋਡ ਕਰਨੀ ਪੈਣਗੀਆਂ। ਆਪਾਂ ਐਗਜ਼ਾਮਪਲ ਮੰਨ ਕੇ ਚੱਲ ਰਹੇ ਹਾਂ। ਉਹਨਾਂ ਦੇ ਵਿੱਚ ਇਹ ਥੋੜ੍ਹਾ ਕਿ ਉਹ ADSL ਕਨੈਕਸ਼ਨ ਆ ਉਹਨਾਂ ਦਾ ਹੈ ਨਾ, ਉਹਨਾਂ ਦਾ ਮੰਤਵ ਜਿਹੜਾ ਉਹ ਪੂਰਾ ਨਹੀਂ ਹੋਣਾ, ਉਹਨਾਂ ਦੀ ਜਿਹੜੀ ਲੋੜਾਂ ਨੇ ਉਹ ਪੂਰੀਆਂ ਨਹੀਂ ਹੋਣੀਆਂ। ਉਹਨਾਂ ਨੂੰ ਕੀ ਚਾਹੀਦਾ ਹੈ, ਸਿਮੈਟਰਿਕ DSL। ਆਪਾਂ ਵੈਸੇ ਐਗਜ਼ਾਮਪਲ ਮੰਨ ਕੇ ਚੱਲ ਰਹੇ ਹਾਂ ਵੀ ਜਿਹੜੇ ਕਨੈਕਸ਼ਨ ਨੂੰ ਜਾਂ ਜਿਹੜੇ ਯੂਜ਼ਰ ਨੂੰ ਡਾਟਾ ਅਪਲੋਡ ਜ਼ਿਆਦਾ ਕਰਨਾ ਪੈ ਰਿਹਾ ਹੈ, ਉਹਨਾਂ ਨੂੰ ਕਿਹੜੇ ਕਨੈਕਸ਼ਨ ਦੀ ਲੋੜ ਆ, ਸਿਮੈਟਰਿਕ DSL ਕਨੈਕਸ਼ਨ ਦੀ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੀ ਅਪਲੋਡਿੰਗ ਸਪੀਡ ਵੀ ਤੁਹਾਡੀ ਡਾਊਨਲੋਡਿੰਗ ਸਪੀਡ ਦੋਵੇਂ ਬਰਾਬਰ ਹੁੰਦੀਆਂ ਨੇ, ਇੱਕੋ ਜਿਹੀ ਹੁੰਦੀਆਂ ਨੇ, ਮਤਲਬ ਕਾਫੀ ਹੁੰਦੀਆਂ ਨੇ, ਅਪਲੋਡਿੰਗ ਅਤੇ ਡਾਊਨਲੋਡਿੰਗ ਬਰਾਬਰ ਹੁੰਦੀਆਂ ਨੇ। ADSL ਦੇ ਵਿੱਚ ਕੀ ਡਾਊਨਲੋਡਿੰਗ ਬਹੁਤ ਜ਼ਿਆਦਾ ਅਤੇ ਅਪਲੋਡਿੰਗ ਬਹੁਤ ਘੱਟ ਹੁੰਦੀ। ਠੀਕ ਹੈ ਜੀ, ਦੋਨਾਂ ਦੀ ਸਪੀਡ ਦਾ ਬੜਾ ਫਰਕ ਆ ਗਿਆ ਜੀ। ਦੋਨਾਂ ਦੇ ਦੇਖੋ, ਇਹਨਾਂ ਨੂੰ ਜਿਹੜੀ ਅਲਾਟਮੈਂਟ ਹੁੰਦੀ ਹੈ, ਫ੍ਰੀਕੁਐਂਸੀ ਰੇਂਜ ਹੁੰਦੀ ਹੈ, ਇਹਦੀ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਡਾਇਲ ਅਪ। ਇੱਥੇ ਮੈਂ ਸੱਜੇ ਹੱਥ ਖੱਬੇ ਹੱਥ ਏਸਿਨਕ੍ਰੋਨਸ ਤਦ ਲਿਖਿਆ ਹੈ ਕਿ ਆਪਾਂ ਪਿੱਛੇ ਟਾਈਪ ਪੜ੍ਹੀ ਨਾ, ਦੋ ਟਾਈਪ ਪੜ੍ਹੀ ਸੀ, ਇੱਕ ਸਿੰਕ੍ਰੋਨਸ ਅਤੇ ਏਸਿਨਕ੍ਰੋਨਸ। ਤੁਸੀਂ ਨੈਟਵਰਕ 'ਚ ਪੜ੍ਹੋਗੇ, ਇਹ ਟਾਈਪ ਆਫ ਏਸਿਨਕ੍ਰੋਨਸ ਕਨੈਕਸ਼ਨ ਹੈ ਜੀ, ਜਿਹੜਾ ਜਾਂ ਕਨੈਕਸ਼ਨ ਬਣਦਾ ਜਿਹੜਾ ਉਹ ਏਸਿਨਕ੍ਰੋਨਸ ਬਣਦਾ ਜੀ। ਤੀਸਰੀ ਟਾਈਪ ਜੋ ਆਪਾਂ ਪੜ੍ਹਨੀ ਆ, ਬੱਚੇ ਵੀ ਆਪਾਂ ਪੜ੍ਹਨੀ ਆ, ਹੁਣ ਆਪਾਂ ਡਾਇਲਅਪ ਪੜ੍ਹ ਲਿਆ, DSL ਪੜ੍ਹਿਆ, ਹੁਣ ਆਪਾਂ ਪੜ੍ਹਨਾ ਹੈ ਕੇਬਲ। ਸਾਡੇ ਘਰਾਂ ਦੇ ਵਿੱਚ ਕੇਬਲ ਦੇ ਕਨੈਕਸ਼ਨ ਨੇ, ਆਪਾਂ ਉਹਨਾਂ ਥਰੂ ਵੀ ਇੰਟਰਨੈਟ ਐਕਸੈਸ ਕਰ ਸਕਦੇ ਹਾਂ। ਸਾਨੂੰ ਚਾਹੀਦਾ ਕੀ ਆ, ਕੇਬਲ ਮੋਡਮ ਚਾਹੀਦਾ ਹੈ। ਕੇਬਲ ਮੋਡਮ ਕੀ ਕਰਦਾ ਹੈ ਕਿ ਕੇਬਲ ਮੋਡਮ ਦੇ ਵਿੱਚ ਜਿਹੜੀ ਵਾਇਰ ਯੂਜ਼ ਕਰਦੇ ਆ, ਆਪਾਂ ਕੋਐਕਸਲ ਕੇਬਲ ਯੂਜ਼ ਕਰਦੇ ਹਾਂ ਸੇਮ, ਕਿਉਂਕਿ ਕੋਐਕਸਲ ਕੇਬਲ ਐਨਾਲੋਗ ਡਾਟਾ ਫਲੋ ਕਰਦੀ ਆ ਅਤੇ ਮੋਡਮ ਨੇ ਕੀ ਕਰ ਦੇਣਾ, ਉਹ ਡਿਜੀਟਲ ਡਾਟਾ ਨੂੰ ਐਨਾਲੋਗ ਡਾਟਾ ਦੇ ਵਿੱਚ ਕਨਵਰਟ ਕਰ ਦੇਣਾ ਹੈ। ਠੀਕ ਹੈ ਜੀ, ਇਹਦੇ ਵਿੱਚ ਕੀ ਹੁੰਦਾ ਕਿ ਇੱਕ ਕਨੈਕਸ਼ਨ ਆਪਾਂ ਪ੍ਰੋਵਾਈਡ ਕਰ ਦਿੰਦੇ ਮੋਡਮ ਨੂੰ, ਅਤੇ ਇੱਕ ਆਪਾਂ ਟੈਲੀਵਿਜ਼ਨ ਜਾਂ ਜਿੱਥੇ ਆਪਾਂ ਜਿਹੜੇ ਵਾਲ 'ਤੇ ਜਿੱਥੇ ਆਪਣਾ ਕਨੈਕਸ਼ਨ ਬਣਿਆ ਵਾ ਕੇਬਲ ਦਾ, ਆਪਾਂ ਉੱਥੇ ਮਾਊਂਟ ਕਰ ਦਿੰਦੇ ਉਹਨੂੰ। ਠੀਕ ਹੈ ਜੀ, ਇਹ ਸਾਡਾ ਕੇਬਲ ਮੋਡਮ ਹੈ। ਉਸੇ ਤਰ੍ਹਾਂ ਹੀ ਘਬਰਾਉਣਾ ਨਹੀਂ ਹੈ, ਜਿਸ ਤਰ੍ਹਾਂ ਆਪਾਂ ਪਿਛਲੇ ਕਨੈਕਸ਼ਨ ਯੂਜ਼ ਕੀਤੇ, ਇਹਦੇ ਵਿੱਚ ਕੇਬਲ ਮੋਡਮ 'ਚ ਕੀ ਕਿੱਥੇ ਕੇਬਲ ਲਾਈਨ, ਉੱਥੇ ਆਪਾਂ ਟੈਲੀਫੋਨ ਲਾਈਨ 'ਚ ਕਨੈਕਸ਼ਨ ਐਸਟੈਬਲਿਸ਼ ਕਰਦੇ ਹਾਂ, ਇੱਥੇ ਆਪਾਂ ਕੇਬਲ ਮੋਡਮ ਅਤੇ ਕੇਬਲ ਲਾਈਨ ਜਿਹੜੀ ਆਉਂਦੀ ਸਾਡੇ ਘਰਾਂ ਵਿੱਚ ਉਹਦੇ ਥਰੂ ਆਪਾਂ ਇੰਟਰਨੈਟ ਐਕਸੈਸ ਕਰਨਾ ਹੈ। ਹੁਣ ਇਹਦੀ ਸਪੀਡ ਜਿਹੜੀ ਆ, ਇਹਦੀ ਸਪੀਡ ਹੈਗੀ ਆ 30 ਮੇਗਾਬਿਟ ਪਰ ਸੈਕਿੰਡ। ਜੋ ਪਿਛਲਾ ਸੀ ਉਹ ਹੈਗਾ ਸੀ ਆਪਣਾ ਸਭ ਤੋਂ ਪਹਿਲਾਂ ਜਿਹੜਾ ਡਾਇਲ ਅਪ ਸੀ ਉਹ 56 Kbps ਸੀ। ਉਸ ਤੋਂ ਬਾਅਦ ਆਪਾਂ 10 Mbps 'ਤੇ ਆਏ, ਹੁਣ ਆਪਾਂ 30 Mbps 'ਤੇ ਆ ਗਏ ਹਾਂ। ਮਤਲਬ ਕਿ ਸਾਡੀ ਸਪੀਡ ਜਿਹੜੀ ਕੇਬਲ ਮੋਡਮ ਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ ਐਜ਼ ਕੰਪੇਅਰ ਟੂ ਅਦਰ। ਠੀਕ ਹੈ ਜੀ, ਹੁਣ ਬੇਟਾ ਆਪਾਂ ਜਿਹੜੇ 3 ਮੋਡਮ ਪੜ੍ਹੇ ਨਾ, ਆਪਾਂ ਜਿਹੜੇ ਪੜ੍ਹੇ ਆ, ਡਾਇਲ ਅਪ ਪੜ੍ਹਿਆ ਹੈ, ਕੇਬਲ ਪੜ੍ਹਿਆ ਹੈ ਅਤੇ DSL ਪੜ੍ਹਿਆ ਹੈ। ਇਹ ਤਿੰਨੇ ਕਿਹੜੇ ਮੋਡਮ ਨੇ, ਐਕਸਟਰਨਲ ਮੋਡਮ ਨੇ। ਇਹ ਤਿੰਨੇ ਜੇ ਆਪਾਂ ਮੋਡਮ ਨੂੰ ਹੋਰ ਚਲੋ ਅੱਗੇ ਵੜਨਾ ਹੋਵੇ, ਆਪਾਂ ਕਹਿ ਦਈਏ ਵੀ ਇੱਕ ਇੰਟਰਨਲ ਮੋਡਮ ਹੁੰਦੇ ਜੀ, ਇੰਟਰਫੇਸ ਜਿਹੜੇ ਮੋਡਮ ਨੇ ਇੰਟਰਫੇਸ ਕਿਵੇਂ ਕਰਨਾ ਦੂਜੇ ਆਪਣੇ ਸਿਸਟਮ ਨਾਲ, ਇੰਟਰਨਲ ਵੀ ਹੋ ਸਕਦਾ ਅਤੇ ਐਕਸਟਰਨਲ ਵੀ ਹੋ ਸਕਦਾ ਹੈ। ਇਹ ਤਿੰਨੇ ਮੋਡਮ ਕਿਹੜੇ ਨੇ, ਐਕਸਟਰਨਲ ਮੋਡਮ ਨੇ। ਠੀਕ ਹੈ ਜੀ, ਇੱਕ RC 232 ਨਾਂ ਦਾ ਕਨੈਕਸ਼ਨ ਹੁੰਦਾ ਹੈ ਕਨੈਕਟਰ, ਉਹਦੇ ਥਰੂ ਆਪਾਂ ਇਹਨੂੰ ਕਨੈਕਟ ਕਰਦੇ ਹਾਂ। ਅਤੇ ਠੀਕ ਹੈ, ਇਹ ਤਿੰਨੇ ਮੋਡਮ ਕਿਹੜੇ ਨੇ, ਐਕਸਟਰਨਲ ਮੋਡਮ ਨੇ, ਬਸ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਅਤੇ ਬੇਟਾ ਇਹ ਤੁਹਾਡਾ ਬਸ ਅੱਜ ਦਾ ਟੋਪਿਕ ਹੀ ਮੋਡਮ ਕੀ ਆ, ਟਾਈਪਸ ਕੀ ਨੇ ਮੋਡਮ ਦੀਆਂ। ਅਤੇ ਠੀਕ ਹੈ ਜੀ, ਆਪਾਂ ਨੈਕਸਟ ਕਵਰ ਕਰਾਂਗੇ IP ਐਡਰੈਸ ਕੀ ਆ, IP ਐਡਰੈਸ ਦੀਆਂ ਕਲਾਸਿਸ ਕੀ ਨੇ।